Everyone, welcome or welcome back to my channel. This is Parneet. I hope you all are doing good. So today in this video lesson, we are going to discuss one important question type of reading module. As you must be aware, reading is quite challenging for all of us. ਕੋਈ ਵੀ ਕੁਐਸਚਨ ਟਾਈਪ ਹੋਵੇ ਸਾਨੂੰ ਸਾਰੇ ਹੀ ਚੈਲੰਜਿੰਗ ਲੱਗਦੇ ਨੇ ਸਟਾਰਟਿੰਗ ਦੇ ਵਿੱਚ ਜਾਂ ਫਿਰ ਕੁਝ ਕੁਐਸਚਨ ਟਾਈਪਸ ਇਦਾਂ ਦੇ ਹੁੰਦੇ ਨੇ ਵਿਦ ਦਾ ਟਾਈਮ ਜਦੋਂ ਅਸੀਂ ਪ੍ਰੈਕਟਿਸ ਕਰਦੇ ਰਹਿੰਦੇ ਆ ਫਿਰ ਵੀ ਅਸੀਂ ਉਹ ਪਾਰਟਿਕੂਲਰ ਟਾਈਪ ਨੂੰ ਮਾਸਟਰ ਨਹੀਂ ਕਰ ਪਾਉਂਦੇ ਸੋ ਇਦਾਂ ਦੀ ਹੀ ਇੱਕ ਟਾਈਪ ਹੈ ਦੈਟ ਇਜ਼ ਸ਼ਾਰਟ ਆਨਸਰ ਕੁਐਸਚਨਸ ਇਦਾਂ ਦੇ ਕੁਐਸਚਨਸ ਜਿਨ੍ਹਾਂ ਦੇ ਵਿੱਚ ਸਾਨੂੰ ਆਨਸਰ ਕਰਨਾ ਹੁੰਦਾ ਹੈ no more than 2 words and or a number no more than 3 words ਹੁਣ ਇਹ ਵਾਲੇ ਕੁਐਸਚਨਸ ਦੇ ਵਿੱਚ ਮੇਨ ਪ੍ਰੋਬਲਮ ਕੀ ਆਉਂਦੀ ਹੈ ਮੇਨ ਪ੍ਰੋਬਲਮ ਇਹ ਆਉਂਦੀ ਹੈ ਕਿ ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਕਿ ਜਦੋਂ ਆਨਸਰ ਚੂਜ਼ ਕਰਨਾ ਫਰੋਮ ਦਾ ਪੈਸੇਜ ਅਸੀਂ 3 ਵਰਡਸ ਲਿਖੀਏ 2 ਵਰਡਸ ਲਿਖੀਏ ਹੈ ਨਾ ਜਾਂ 1 ਵਰਡ ਦੇ ਵਿੱਚ ਲਿਖੀਏ ਜਾਂ ਉਹਦੇ ਨਾਲ ਨੰਬਰ ਲਿਖਣਾ ਹੈ ਜਾਂ ਨਹੀਂ ਲਿਖਣਾ ਸੋ ਗਾਇਜ਼ ਡੋਂਟ ਵਰੀ ਟੁਡੇ ਆਈ ਐਮ ਹੇਅਰ ਟੂ ਪ੍ਰੋਵਾਈਡ ਯੂ ਆਲ ਦ ਟਿਪਸ ਐਂਡ ਟ੍ਰਿਕਸ ਰਿਗਾਰਡਿੰਗ ਦਿਸ ਦੇਖੋ ਅਗਰ ਇਸ ਤਰ੍ਹਾਂ ਦੀ ਕੁਐਸਚਨ ਟਾਈਪ ਸਾਨੂੰ ਆਉਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਟੇਟਮੈਂਟਸ ਨੂੰ ਧਿਆਨ ਨਾਲ ਪੜ੍ਹਨਾ ਹੈ ਮੀਨਸ ਕੁਐਸਚਨ ਦੀ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹੋ ਦੈਟ ਇਜ਼ ਆਨਸਰ ਦ ਕੁਐਸਚਨਸ ਬਿਲੋ choose no more than 3 words and or a number ਹੁਣ ਇਹ ਵਾਲੇ ਕੁਐਸਚਨਸ ਦੇ ਵਿੱਚ ਅਸੀਂ 3 ਵਰਡਸ ਤੋਂ ਜ਼ਿਆਦਾ ਨਹੀਂ ਲਿਖਨੇ ਅਸੀਂ ਕੀ ਕਰ ਸਕਦੇ ਹਾਂ 2 ਵਰਡਸ ਉਹਦੇ ਨਾਲ ਇੱਕ ਨੰਬਰ ਵੀ ਲਿਖ ਸਕਦੇ ਹਾਂ 3 ਵਰਡਸ ਇੱਕ ਨੰਬਰ ਲਿਖ ਸਕਦੇ ਹਾਂ ਬਟ 3 ਵਰਡਸ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਮੀਨਸ 4 ਵਰਡਸ ਜਾਂ ਫਿਰ ਇੱਕ ਨੰਬਰ ਲਿਖ ਲਈਏ ਉਦਾਂ ਨਹੀਂ ਹੋਣਾ ਚਾਹੀਦਾ ਫਿਰ ਸਾਡਾ ਗਲਤ ਹੋ ਜਾਏਗਾ ਅਗਰ ਸਾਨੂੰ ਕੁਐਸਚਨ ਦੇ ਵਿੱਚ 2 ਵਰਡਸ ਦਾ ਆਨਸਰ ਮਿਲ ਰਿਹਾ ਫਿਰ ਵੀ ਠੀਕ ਹੋਏਗਾ ਬਿਕਾਜ਼ ਉਹਨਾਂ ਨੇ ਲਿਖਿਆ no more than 3 words 3 ਵਰਡਸ ਤੋਂ ਜ਼ਿਆਦਾ ਲਿਖਾਂਗੇ ਜਾਂ ਫਿਰ ਉਹਦੇ ਨਾਲ ਇੱਕ ਨੰਬਰ ਵੀ ਲਿਖ ਦਾਂਗੇ ਫਿਰ ਸਾਡਾ ਗਲਤ ਹੋ ਜਾਏਗਾ then we'll get penalty okay ਹੁਣ ਕੁਐਸਚਨ ਤਾਂ ਸਾਨੂੰ ਸਮਝ ਆ ਗਈ ਮੀਨਸ ਸਾਨੂੰ ਸਮਝ ਆ ਗਿਆ ਕਿ ਉਹਨਾਂ ਨੇ ਪੁੱਛਿਆ ਕੀ ਹੈ what the examiner is expecting from us ਇਸ ਤੋਂ ਬਾਅਦ ਸੈਕੰਡ ਟਿਪ ਇਜ਼ ਰੀਡ ਕਰੋ ਕੁਐਸਚਨਸ ਨੂੰ ਕੁਐਸਚਨ ਨੂੰ ਪਹਿਲਾਂ ਰੀਡ ਕਰਾਂਗੇ ਫਿਰ ਪੈਸੇਜ ਦੇ ਵਿੱਚੋਂ ਫਾਈਂਡ ਆਊਟ ਕਰਾਂਗੇ ਦਿਸ ਇਜ਼ ਦ ਸੈਕੰਡ ਸਟ੍ਰੈਟੇਜੀ ਦੇਖੋ ਰਾਈਟ ਯੂ ਆਨਸਰਸ ਇਨ ਬਾਕਸਿਸ 4 to 8 on your answer sheet okay first question ਕੀ ਹੈ what has been found in some fancy foods products ਹੁਣ ਜਦੋਂ ਤੁਸੀਂ ਕੁਐਸਚਨ ਪੜਿਆ ਉਹਦੀ ਆਪਣੀ ਓਨ ਲੈਂਗੁਏਜ ਦੇ ਵਿੱਚ ਹਲਕਾ ਜਿਹਾ ਉਹਨੂੰ ਟਰਾਂਸਲੇਟ ਕਰ ਲਓ ਕਿ ਉਹ ਪੁੱਛ ਕੀ ਰਹੇ ਨੇ ਉਹ ਪੁੱਛ ਰਹੇ ਨੇ ਕਿ ਕੋਈ ਫੈਂਸੀ ਫੂਡਸ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਕੀ ਪਾਇਆ ਗਿਆ ਤਾਂ ਅਸੀਂ ਇਹ ਫਾਈਂਡ ਆਊਟ ਕਰਨਾ ਕੀ ਪਾਇਆ ਗਿਆ ਐਂਡ ਜਿਹੜਾ ਸਾਡਾ ਆਨਸਰ ਅਸੀਂ ਲਿਖਣ ਲੱਗਿਆ ਉਹ ਕੀ ਨਹੀਂ ਹੋਣਾ ਚਾਹੀਦਾ no more than 3 words and or a number okay ਹੁਣ ਅਸੀਂ ਰੀਡ ਕਰਦੇ ਹਾਂ ਪੈਸੇਜ ਨੂੰ ਇੰਪੋਰਟੈਂਟ ਨੋਟਿਸ ਪ੍ਰੋਡਕਟ ਰਿਟਰਨ ਸਟਾਰਟਿੰਗ ਦੇ ਵਿੱਚ ਇੱਥੇ ਇੱਕ ਹੋਰ ਇੰਪੋਰਟੈਂਟ ਟਿਪ ਹੈ ਇਹ ਵਾਲਾ ਜਿਹੜਾ ਇੰਪੋਰਟੈਂਟ ਨੋਟਿਸ ਵਾਲੀ ਲਾਈਨ ਦਿੱਤੀ ਹੋਈ ਹੈ ਨਾ ਸਮਟਾਈਮਸ ਇਹ ਵਾਲਾ ਜਿਹੜਾ ਹੈਡਿੰਗ ਹੁੰਦਾ ਇਹ 2 ਲਾਈਨਸ ਦੇ ਵਿੱਚ ਹੁੰਦਾ ਐਂਡ ਰੀਡਿੰਗ ਦੇ ਵਿੱਚ ਇਟ ਮਾਈਟ ਪੋਸੀਬਲ ਕਿ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਦਾ ਆਨਸਰ ਉੱਥੋਂ ਵੀ ਮਿਲ ਸਕਦਾ ਤਾਂ ਕੁਝ ਵੀ ਤੁਸੀਂ ਸਕਿਪ ਨਹੀਂ ਕਰਨਾ ਇਹ ਨਹੀਂ ਹੈ ਕਿ ਤੁਸੀਂ ਫੈਂਸੀ ਫੂਡ ਪ੍ਰੋਡਕਟ ਸਟਾਰਟਿੰਗ ਇਦਾਂ ਨਹੀਂ ਹੈ ਕਿ ਤੁਸੀਂ ਸਟਾਰਟਿੰਗ ਕਰ ਦੋ ਪੈਰਾ ਤੋਂ ਤੁਸੀਂ ਉਹਦੀ ਹੈਡਿੰਗ ਪੜ੍ਹਨੀ ਹੀ ਭੁੱਲ ਜਾਓ ਠੀਕ ਹੈ ਹੈਡਿੰਗ ਨੂੰ ਵੀ ਤੁਸੀਂ ਉਨੀ ਹੀ ਇੰਪੋਰਟੈਂਸ ਦੇਣੀ ਹੈ ਜਿੰਨੀ ਤੁਸੀਂ ਬਾਕੀ ਪੈਸੇਜ ਨੂੰ ਦੇਣ ਵਾਲੇ ਹੋ ਨਾਓ Fancy Foods wishes to inform the public that pieces of metal have been found in some jars of Fancy Foods chicken curry spicy. Okay, ਤਾਂ ਇਹਦਾ ਆਨਸਰ ਤਾਂ ਸਾਨੂੰ ਫਰਸਟ ਲਾਈਨ ਦੇ ਵਿੱਚੋਂ ਹੀ ਮਿਲ ਗਿਆ ਉਹਨਾਂ ਨੇ ਕਿਹਾ ਉਹ ਜਿਹੜੇ ਫੈਂਸੀ ਫੂਡਸ ਵਾਲੇ ਨੇ ਉਹ ਇਨਫੋਰਮ ਕਰ ਰਹੇ ਨੇ ਪਬਲਿਕ ਨੂੰ ਕਿ ਜਿਹੜੇ ਫੈਂਸੀ ਫੂਡਸ ਨੇ ਉਹਨਾਂ ਦੇ ਵਿੱਚ ਕੀ ਮਿਲਿਆ ਉਹਨਾਂ ਦੇ ਵਿੱਚ ਫਾਈਂਡ ਕੀਤੇ ਗਏ ਨੇ ਪੀਸਿਸ ਆਫ ਮੈਟਲ ਯੈਸ ਹੁਣ ਪੀਸਿਸ ਆਫ ਮੈਟਲ 3 ਚੀਜ਼ਾਂ ਦੇ ਨਾਲ ਆਪਣਾ ਆਨਸਰ ਬਣ ਰਿਹਾ ਮੀਨਸ ਮੈਟਲ ਦੇ ਛੋਟੇ ਛੋਟੇ ਟੁਕੜੇ ਜਾਂ ਕੁਝ ਟੁਕੜੇ ਮਿਲੇ ਨੇ ਐਂਡ ਉਹਨਾਂ ਨੇ ਕੁਐਸਚਨ ਦੇ ਵਿੱਚ ਵੀ ਸਾਨੂੰ ਇਹੀ ਪੁੱਛਿਆ ਸੀ ਕਿ ਕੀ ਚੀਜ਼ ਮਿਲੀ ਹੈ what has been found in some fancy foods products and question expect ਕਰ ਰਿਹਾ no more than 3 words ਤਾਂ ਆਨਸਰ already 3 words ਦੇ ਵਿੱਚ ਹੀ ਹੈ ਤਾਂ ਸਿੱਧਾ straight ਆਨਸਰ ਪਿਆ that is pieces of metal I hope it is clear okay next is where can you find the batch number on the jars okay ਹੁਣ ਸੈਕੰਡ ਕੁਐਸਚਨ ਹੈ ਕਿ batch number ਕਿੱਥੇ ਹੈ ਇਦਾਂ ਤੁਸੀਂ ਕੀ ਕਰ ਸਕਦੇ ਹੋ ਕੀਵਰਡਸ ਨੂੰ ਵੀ ਅੰਡਰਲਾਈਨ ਕਰ ਸਕਦੇ ਹੋ ਇਨਫੈਕਟ ਆਈ ਮਸਟ ਸੇ ਕੀਵਰਡਸ ਨੂੰ ਅੰਡਰਲਾਈਨ ਕਰਿਆ ਕਰੋ ਉਹ ਕਲੀਅਰ ਕਰ ਦਿੰਦਾ ਸਾਡੇ ਦਿਮਾਗ ਦੇ ਵਿੱਚ ਇੱਕ ਪਾਰਟਿਕੂਲਰ ਵਰਡਸ ਨੂੰ ਬਿਠਾ ਦਿੰਦਾ ਕਿ ਕੀ ਚੀਜ਼ ਪੁੱਛੀ ਗਈ ਹੈ ਓਕੇ ਹੁਣ ਅਸੀਂ batch number find out ਕਰਨਾ ਹੈ ਕਿ ਉਹ ਜਾਰਸ ਤੇ ਕਿੱਥੇ ਲਿਖਿਆ ਅੱਗੇ ਪੜੋ the batches of the jars batches ਦੀ ਹੀ ਗੱਲ ਹੋ ਰਹੀ ਹੈ okay involved have numbers from A wale numbers ne J6617 to J6624. The batch number is printed on the bottom of each jar. Okay, ਉਹਨਾਂ ਨੇ ਪੁੱਛਿਆ ਨਾ batch number ਕਿੱਥੇ ਨੇ ਬੈਚ ਨੰਬਰ ਅਸੀਂ ਕਿੱਥੋਂ ਫਾਈਂਡ ਆਊਟ ਕਰ ਸਕਦੇ ਹਾਂ ਪਾਰਟਿਕੂਲਰ ਬੈਚਸ ਦੇ ਹੈ ਨਾ ਪਾਰਟਿਕੂਲਰ ਫੂਡ ਪ੍ਰੋਡਕਟ ਦੇ ਤਾਂ ਉਹਨਾਂ ਨੇ ਲਿਖਤਾ ਜਿਹੜੇ ਬੈਚ ਨੰਬਰਸ ਨੇ ਉਹ ਕਿੱਥੇ ਨੇ ਪ੍ਰਿੰਟ ਕੀਤੇ ਗਏ ਨੇ ਔਨ ਦਾ ਬਾਟਮ ਆਫ ਈਚ ਜਾਰ ਤਾਂ ਐਗਜ਼ੈਕਟ ਲੋਕੇਸ਼ਨ ਅਸੀਂ ਫਾਈਂਡ ਆਊਟ ਕਰਨੀ ਹੈ ਕਿੱਥੇ ਨੇ ਉਹ ਕਿੱਥੇ ਫਾਈਂਡ ਆਊਟ ਕਰ ਸਕਦੇ ਹਾਂ ਓਬਵੀਅਸਲੀ ਔਨ ਦ ਬਾਟਮ
ठीक है, तो इसका आंसर तुसी ऑन द बॉटम भी लिख सकते हो बिकॉज उन्होंने 3 वर्ड्स ही मंगे हैं, या फिर अगर तुसी द बॉटम लिख दोगे वो भी गलत नहीं होएगा, और यू कुड राइट एज द बॉटम। सो आंसर की लिख सकते हो द बॉटम और ऑन द बॉटम। क्लियर? Okay, sixth is how much will you receive for an unopened jar of contaminated chicken curry? Okay, ਹੁਣ ਉਹ chicken curry ਜਿਹੜੀ ਉਹਨਾਂ ਨੇ ਕਹੀ ਹੈ ਜਿਹਦੇ ਵਿੱਚ pieces of metals ਮਿਲੇ ਨੇ, ਤੁਸੀਂ ਉਹ jar ਨੂੰ, ਤੁਹਾਨੂੰ ਨਹੀਂ ਪਤਾ ਸੀ ਕਿ ਉਹਦੇ ਵਿੱਚ pieces of metals ਨੇ ਤੇ ਤੁਸੀਂ ਉਹਨੂੰ open ਕਰ ਲਿਆ, ਤੇ ਜਿਹੜਾ opened jar ਹੈ, ਜਿਹੜੀ contaminated chicken curry ਹੈ, ਉਹਦੇ ਲਈ ਤੁਹਾਨੂੰ ਕਿੰਨੇ amount receive ਹੋਏਗੀ, ਕਿੰਨੀ amount ਮਤਲਬ ਵਾਪਿਸ ਮਿਲ ਸਕਦੀ ਹੈ, ਮੀਨਸ ਕਿੰਨੇ ਪੈਸੇ ਵਾਪਿਸ ਮਿਲ ਸਕਦੇ ਨੇ। ਸੋ ਆਪਾਂ ਕੀ ਕਰਾਂਗੇ, ਅੰਡਰਲਾਈਨ ਕਰ ਲਾਂਗੇ, ਹਾਈਲਾਈਟ ਕਰ ਲਾਂਗੇ ਆਪਣੇ ਕੀਵਰਡਸ ਨੂੰ, ਫਿਰ ਕੁਐਸਚਨ ਦੇ ਵਿੱਚ ਅੱਗੇ ਪੜੋ ਪੈਸੇਜ ਨੂੰ। ਇਫ ਯੂ ਹੈਵ ਐਨੀ ਜਾਰਸ ਵਿਦ ਥੀਸ ਬੈਚ ਨੰਬਰਸ, ਤੁਹਾਡੇ ਕੋਲ ਕੋਈ ਵੀ ਜਾਰਸ ਨੇ ਇਹ ਵਾਲੇ ਬੈਚ ਨੰਬਰਸ ਦੇ, ਪਲੀਜ਼ ਰਿਟਰਨ them, ਉਹਨਾਂ ਨੂੰ ਵਾਪਿਸ ਕਰ ਦਿਓ, ਪ੍ਰੈਫਰੇਬਲੀ ਅਨਓਪਨਡ। ਉਹ ਕਹਿੰਦੇ ਵੈਸੇ ਤਾਂ ਅਨਓਪਨ ਨੇ ਤਾਂ ਉਹ ਪ੍ਰੈਫਰ ਕੀਤੇ ਜਾਣਗੇ, ਬਟ ਉਹਨਾਂ ਨੇ ਫਿਰ ਇਹ ਵੀ ਲਿਖਿਆ ਨਾ ਕਿ ਓਪਨ ਦੀ, ਜੇ ਓਪਨ ਨੇ ਫਿਰ ਵੀ ਤੁਹਾਨੂੰ ਕੀ ਮਿਲੇਗੀ, ਕੁਝ ਅਮਾਉਂਟ ਤੁਹਾਨੂੰ ਮਿਲ ਸਕਦੀ ਹੈ, ਹੁਣ ਕਿੰਨੀ ਮਿਲੇਗੀ ਉਹ ਫਾਈਂਡ ਆਊਟ ਕਰਨਾ ਹੈ। ਟੂ ਦ ਸੁਪਰਮਾਰਕਟ ਵੇਅਰ ਯੂ ਪਰਚੇਜ਼ them, you can also return them to the factory, ਤੁਸੀਂ ਇੱਥੇ ਵੀ ਉਹਨਾਂ ਨੂੰ ਰਿਟਰਨ ਕਰ ਸਕਦੇ ਹੋ। Fancy Foods will pay $10 for each jar returned unopened। ਹੁਣ ਦੇਖੋ ਇਹਨਾਂ ਨੇ ਦੋ ਚੀਜ਼ਾਂ ਦੇਤੀਆਂ ਕਿ ਜੇ ਤਾਂ ਅਨਓਪਨਡ ਹੈ, ਤੁਸੀਂ ਖੋਲਿਆ ਨਹੀਂ, ਤਾਂ ਫਿਰ ਤਾਂ ਤੁਹਾਨੂੰ $10 ਮਿਲਣਗੇ। However, and $5 for each jar already opened। ਹੁਣ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਸੀ how much you will receive for an open jar। ਹੁਣ ਜੇ ਤੁਸੀਂ ਆਲਰੇਡੀ ਆਪਣਾ ਜਾਰ ਓਪਨ ਕਰ ਚੁੱਕੇ ਹੋ ਤਾਂ ਤੁਹਾਨੂੰ ਕਿੰਨੇ ਮਿਲਣਗੇ, $5। ਸਿੱਧਾ ਸਟ੍ਰੇਟ ਆਂਸਰ ਹੈ, ਉਹਨਾਂ ਨੇ ਕਿਹਾ ਸੀ ਐਂਡ ਔਰ ਨੰਬਰ ਵੀ ਲਿਖ ਸਕਦੇ ਹੋ, ਤਾਂ $5 ਸਿੱਧਾ ਉਸਦਾ ਆਂਸਰ ਆ ਜਾਏਗਾ। ਕਲੀਅਰ? ਨੈਕਸਟ, if you have eaten chicken curry from a jar, ਜੇ ਤੁਸੀਂ ਉਹਦੇ ਵਿੱਚੋਂ ਗਲਤੀ ਨਾਲ ਖਾ ਲਿਓ chicken curry jar ਦੇ ਵਿੱਚੋਂ, with one of the batch numbers listed, ਉਹ particular batch number ਜਿਹੜੇ contaminated ਨੇ, whom should you contact, ਤਾਂ ਤੁਸੀਂ ਕਿਸ ਨੂੰ contact ਕਰੋਗੇ। okay, next, no payment will be made for empty jars। okay, ਅਗਰ jars ਤੁਸੀਂ ਸਾਰਾ ਖਾ ਲਿਆ, jar ਖਾਲੀ ਹੈ, ਫਿਰ ਤੁਹਾਨੂੰ ਕੋਈ payment ਨਹੀਂ ਮਿਲੇਗੀ, ਠੀਕ ਹੈ, unopened ਜਾਂ open ਦੇ ਲਈ ਹੀ ਮਿਲੇਗੀ, which do not need to be returned, ਫਿਰ ਤਾਂ return ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈ। however, ਲੇਕਿਨ the retailing manager will be interested to hear from people who have consumed chicken curry from any of the above batch number। In particular, it will be helpful if they can give information about the place of purchase of the product। okay, good। ਹੁਣ ਉਹਨਾਂ ਨੇ question ਕੀ ਪੁੱਛਿਆ ਸੀ, they have asked if you have eaten chicken curry, ਜੇ ਤੁਸੀਂ ਉਹ ਖਾ ਲਈ ਉਹ ਪਾਰਟਿਕੂਲਰ ਬੈਚ ਨੰਬਰ ਵਾਲੀ, ਤਾਂ ਤੁਸੀਂ ਕਿਸ ਨੂੰ ਕੰਟੈਕਟ ਕਰੋਗੇ, ਹੈ ਨਾ, ਕਿਸ ਨੂੰ ਕੰਟੈਕਟ ਕਰੋਗੇ। ਸੋ ਕਿਸ ਨੂੰ ਕੰਟੈਕਟ ਕਰਾਂਗੇ, ਉਹਨਾਂ ਨੇ ਲਿਖਤਾ ਹੈ ਦ ਰਿਟੇਲਿੰਗ ਮੈਨੇਜਰ, ਹੈ ਨਾ, ਰਿਟੇਲਿੰਗ ਮੈਨੇਜਰ ਨੂੰ ਕੰਟੈਕਟ, ਉਹ ਮਤਲਬ ਇੰਟਰਸਟਿਡ ਹੈ ਤੁਹਾਡੇ ਤੋਂ ਸੁਣਨ ਲਈ ਕਿ ਜੇ ਤੁਸੀਂ ਖਾ ਲਿਆ ਤੁਹਾਨੂੰ ਕੀ ਸਿੰਪਟਮਸ ਆਏ ਨੇ, ਇਦਾਂ ਦੀਆਂ ਚੀਜ਼ਾਂ ਉਹ ਪੁੱਛਣ ਦੇ ਲਈ ਇੰਟਰਸਟਿਡ ਹੈ, ਤਾਂ ਤੁਸੀਂ ਉਸ ਪਾਰਟਿਕੂਲਰ ਪਰਸਨ ਨੂੰ ਕੰਟੈਕਟ ਕਰ ਸਕਦੇ ਹੋ। ਨਾਓ ਦ ਆਂਸਰ ਵੁੱਡ ਬੀ ਦ ਰਿਟੇਲਿੰਗ ਮੈਨੇਜਰ, ਕਿਉਂਕਿ 3 ਵਰਡਸ ਨੇ, ਜਾਂ ਫਿਰ ਤੁਸੀਂ ਰਿਟੇਲਿੰਗ ਮੈਨੇਜਰ ਵੀ ਇਕੱਲਾ ਲਿਖ ਸਕਦੇ ਹੋ, ਦੋਨੋਂ ਹੀ ਕਰੈਕਟ ਹੋਣਗੇ। ਓਕੇ, ਲਾਸਟ ਇਜ਼ what is the maximum reward Fancy Foods is offering for information about who contaminated their product। okay, ਹੁਣ ਜਿਹੜੇ Fancy Foods ਵਾਲੀ ਕੰਪਨੀ ਹੈ ਉਹ ਕੀ ਕਰ ਰਹੀ ਹੈ, ਇੱਕ ਰਿਵਾਰਡ ਦੇ ਰਹੀ ਹੈ ਕਿਸ ਨੂੰ, ਜੋ ਵੀ ਕੋਈ ਇਨਫੋਰਮੇਸ਼ਨ ਦੇਗਾ ਉਸ ਪਰਸਨ ਦੇ ਬਾਰੇ ਕਿ ਕਿਸਨੇ ਉਹਨਾਂ ਨੂੰ ਕੰਟੈਮੀਨੇਟ ਕੀਤਾ ਸੀ, ਕਿਸਨੇ ਉਹਨਾਂ ਨੂੰ ਖਰਾਬ ਕੀਤਾ ਸੀ, ਠੀਕ ਹੈ। ਮੀਨਸ ਇੱਥੇ ਆਪਾਂ ਰਿਵਾਰਡ ਮਨੀ ਦੀ ਗੱਲ ਹੋ ਰਹੀ ਹੈ ਕਿ ਉਹ ਕਿੰਨੀ ਮਨੀ ਦੇਗੀ, ਤੇ ਉਹਨਾਂ ਨੇ ਇੱਕ ਵਰਡ ਇਹਦੇ ਨਾਲ ਹਾਈਲਾਈਟ ਕੀਤਾ ਡੈਟ ਇਜ਼ ਮੈਕਸਿਮਮ, ਤਾਂ ਅਸੀਂ ਮੈਕਸਿਮਮ ਮਨੀ ਦੇਖਣੀ ਹੈ। ਹੋ ਸਕਦਾ ਹੈ ਪੈਸੇਜ ਦੇ ਵਿੱਚ ਮਿਨੀਮਮ ਅਮਾਉਂਟ ਦਿੱਤੀ ਹੋਵੇ, ਹੈ ਨਾ, ਮੈਕਸਿਮਮ ਅਮਾਉਂਟ ਦਿੱਤੀ ਹੋਵੇ, ਤਾਂ ਅਸੀਂ ਮੈਕਸਿਮਮ ਵਾਲੇ ਤੇ ਧਿਆਨ ਦੇਣਾ। ਓਕੇ, ਸਿੱਧਾ ਰਿਵਾਰਡ ਤੇ ਆਵਾਂਗੇ, ਰਿਵਾਰਡ ਵਾਲਾ। ਓਕੇ, ਫੈਂਸੀ ਫੂਡਸ ਵਿਲ ਪੇ ਅ ਰਿਵਾਰਡ ਆਫ $10,000। ਓਕੇ, ਜਿਹੜੇ ਫੈਂਸੀ ਫੂਡਸ ਨੇ ਉਹ ਇੱਕ ਰਿਵਾਰਡ ਦੇ ਰਹੇ ਨੇ ਇੰਨੇ ਡਾਲਰਸ ਦਾ, to $50,000 for information which leads to the conviction of any person found guilty of placing metal piece। okay, ਉਹ ਪਰਸਨ ਦੇ ਲਈ ਜਿਹਨੇ ਕਿਸੇ ਨੇ ਵੀ ਮੈਟਲ ਪੀਸਿਸ ਉਹ ਪ੍ਰੋਡਕਟਸ ਦੇ ਵਿੱਚ ਰੱਖੇ, ਜਿਹੜਾ ਫਾਊਂਡ ਕੀਤਾ ਜਾਏਗਾ ਗਿਲਟੀ, ਉਹਨੂੰ ਕਿੰਨੀ ਦੇਗੀ, ਉਹ ਦੇਣਗੇ ਇੱਕ ਰਿਵਾਰਡ, ਜਿਹੜੀ ਕਿੰਨੀ ਮਨੀ ਹੈ, ਕਿੰਨਾ ਅਮਾਉਂਟ ਹੈ, $10,000 ਤੋਂ ਲੈ ਕੇ $50,000 ਤੱਕ। ਨਾਓ ਕੁਐਸਚਨ ਦੀ ਡਿਮਾਂਡ ਕੀ ਸੀ, ਧਿਆਨ ਨਾਲ ਸਮਝੋ, ਕੁਐਸਚਨ ਦੀ ਡਿਮਾਂਡ ਕੀ ਸੀ ਕਿ ਮੈਕਸਿਮਮ ਰਿਵਾਰਡ ਕਿੰਨਾ ਦੇਗਾ। ਹੁਣ ਦੋ ਅਮਾਉਂਟਸ ਦਿੱਤੀਆਂ ਹੋਈਆਂ ਨੇ, ਅਗਰ ਗਲਤੀ ਨਾਲ ਤੁਸੀਂ $10,000 ਫਟਾਫਟ ਦੇਖਿਆ, ਅੱਗੇ ਪੜਿਆ ਹੀ ਨਹੀਂ, ਠੀਕ ਹੈ, ਤਾਂ ਤੁਸੀਂ ਉੱਥੇ ਗਲਤੀ ਕਰ ਦੋਗੇ, ਪੈਨੈਲਟੀ ਮਿਲੇਗੀ
थोड़ा क्वेश्चन गलत हो जाएगा। सो गाइस हियर इज वन अनदर इंपॉर्टेंट टिप, आंसर फाइंड आउट हो भी ਜਾਂਦਾ ਹੈ ਉਸ ਤੋਂ ਬਾਅਦ ਵੀ ਉਹ ਵਾਲੀ ਲਾਈਨ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਮੀਨਸ ਫੁੱਲ ਸਟਾਪ ਤੱਕ ਪੂਰਾ ਪੜੋ ਸਮਝੋ ਫਿਰ ਆਪਣਾ ਆਂਸਰ ਲਿਖੋ। ਸੋ ਇਸ ਦਾ ਆਂਸਰ ਕੀ ਹੋਏਗਾ $50,000 ਕਲੀਅਰ, ਬਿਕਾਜ਼ ਉਹਨਾਂ ਨੇ ਪੁੱਛਿਆ ਮੈਕਸਿਮਮ ਰਿਵਾਰਡ ਤਾਂ ਮੈਕਸਿਮਮ ਰਿਵਾਰਡ $50,000 ਹੈ। फाइन, सो आई होप गाइज इट इज क्लीयर टू यू गाइज। देखो ਇਹ ਵਾਲੇ ਕੁਐਸਚਨਸ ਬਹੁਤ ਈਜ਼ੀ ਹੁੰਦੇ ਨੇ ਬਟ ਸਾਨੂੰ ਉੱਥੇ ਕੀ ਹੈ ਥੋੜਾ ਜਿਹਾ ਕੌਨਸ਼ੀਅਸਲੀ ਇਹਨਾਂ ਨੂੰ ਸੋਲਵ ਕਰਨ ਦੀ ਅਟੈਂਪਟ ਕਰਨ ਦੀ ਜ਼ਰੂਰਤ ਹੁੰਦੀ ਹੈ, ਅਦਰਵਾਈਜ਼ ਅਸੀਂ ਕੁਐਸਚਨਸ ਨੂੰ ਸੋਲਵ ਕਰਦੇ ਕਰਦੇ ਵੀ ਆਨਸਰਸ ਫਾਈਂਡ ਆਊਟ ਕਰਕੇ ਵੀ ਗਲਤੀਆਂ ਕਰ ਦਾਂਗੇ। ਸੋ ਆਈ ਹੋਪ ਇਟ ਇਜ਼ ਕਲੀਅਰ। ਇਫ ਯੂ ਹੈਵ ਐਨੀ ਡਾਊਟਸ ਡੂ ਰਾਈਟ ਮੀ ਇਨ ਦ ਕਮੈਂਟ ਸੈਕਸ਼ਨ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ।